हेलो गाइस, वेलकम टू जीके पाठशाला। ਅੱਜ ਆਪਾਂ ਉਹੀ ਸੈਕਿੰਡ ਪਾਰਟ ਕੰਟੀਨਿਊ ਕਰਨ ਜਾ ਰਹੇ ਹਾਂ ਰਿਡੋਕਸ ਔਰ ਰਿਐਕਸ਼ਨਸ ਦਾ ਨੇਮਿੰਗ ਰਿਐਕਸ਼ਨ ਦਾ ਜਿਹੜੇ ਇੰਪੋਰਟੈਂਟ ਆ। ਆਪਾਂ ਫਸਟ ਵੀਡੀਓ ਪਾਰਟ 'ਚ 13 ਰਿਐਕਸ਼ਨਸ ਕਰ ਲਈਆਂ ਸੀ, ਠੀਕ ਹੈ। ਹੁਣ ਆਪਾਂ ਨੈਕਸਟ ਅੱਗੇ ਕਰਨ ਜਾ ਰਹੇ ਹਾਂ। ਜਿਹਨੇ ਫਸਟ ਪਾਰਟ ਨਹੀਂ ਦੇਖਿਆ, ਮੈਂ ਵੀਡੀਓ ਦੇ ਬਿਲੋ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ 'ਚ, ਉਹ ਜਾ ਕੇ ਦੇਖ ਸਕਦਾ ਨਾ। ਹੁਣ ਪਹਿਲੀ ਰਿਐਕਸ਼ਨ ਹੈ ਜਿਹਦੀ ਸਟੀਫਨ ਰਿਐਕਸ਼ਨ। ਸਟੀਫਨ ਰਿਡਕਸ਼ਨ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ, ਜਿਵੇਂ RCN ਅਲਕਾਇਲ ਸਾਈਨਾਈਡ ਹੈ। ਇਹਦੀ ਆਪਾਂ ਰਿਡਕਸ਼ਨ ਕਰਾਵਾਂਗੇ ਬਸ ਇਨ ਦੀ ਪ੍ਰੈਸ ਆਫ ਟਿਨ ਕਲੋਰਾਈਡ ਇਨ HCl ਅਤੇ ਬੋਇਲਿੰਗ ਵਾਟਰ RCHO। ਇਹਦੀ ਕੀ ਪ੍ਰੈਸ ਕੀ ਬਣਦਾ, ਐਲਡੀਹਾਈਡ ਪਲੱਸ NH4Cl। ਮਕੈਨਿਜ਼ਮ ਕੀ ਹੈ, ਦੇਖੋ ਟਿਨ ਕਲੋਰਾਈਡ ਪਲੱਸ HCl, ਇਹ ਤੋਂ ਕੀ ਬਣਦਾ SnCl4 ਪਲੱਸ 2 ਹਾਈਡਰੋਜਨ। ਜੋ RCN ਪਲੱਸ 2 ਹਾਈਡਰੋਜਨ ਪਲੱਸ HCl ਨਾਲ ਰਿਐਕਸ਼ਨ ਕਰਾਉਂਦੇ ਤਾਂ ਕੀ ਬਣ ਜਾਂਦਾ, ਦੇਖੋ ਜਦੋਂ ਅਲਕਾਇਲ ਸਾਈਨਾਈਡ ਦੀ ਆਪਾਂ 2H ਪਲੱਸ HCl ਨਾਲ ਰਿਐਕਸ਼ਨ ਕਰਾਉਂਦੇ ਹਾਂ RCH ਡਬਲ ਬੌਂਡ NHCl, ਠੀਕ ਹੈ। ਇਹਦੇ ਵਿੱਚ ਦੇਖੋ ਹੁਣ ਕਿਵੇਂ ਹੁੰਦਾ, ਇਹ ਬੌਂਡ ਸ਼ਿਫਟ ਹੋ ਜਾਂਦਾ ਹੁੰਦਾ, ਇੱਧਰ ਨੈਗੇਟਿਵ ਚਾਰਜ ਆ ਗਿਆ, ਇੱਧਰ ਪੋਜ਼ੀਟਿਵ, ਠੀਕ ਹੈ, ਕਿਉਂਕਿ ਇਹ ਨਾਈਟ੍ਰੋਜਨ ਇਲੈਕਟ੍ਰੋਨੈਗੇਟਿਵ ਹੈ। ਹੁਣ ਇਹਦੇ ਵਿੱਚ ਕੀ ਹੋਊਗਾ, H ਇੱਕ ਤਾਂ ਇਹਦੇ ਨਾਲ ਐਡ ਆਪਾਂ ਕਰ ਦਾਂਗੇ, ਆਪਾਂ ਇੱਕ H ਇਹਦੇ ਨਾਲ ਐਡ ਕਰ ਦਾਂਗੇ ਅਤੇ HCl ਨਾਲ ਜੁੜ ਜੂਗਾ ਜਾ ਕੇ, ਕਿਉਂਕਿ ਜੇ ਦੇਖ ਪਹਿਲੀ ਨੈਗੇਟਿਵ ਹੈ ਤਾਂ ਪੋਜ਼ੀਟਿਵ HCl ਨਾਲ ਜਾ ਕੇ ਜੁੜੂਗਾ। ਜੋ ਇਸ ਤੋਂ ਬਾਅਦ ਆਪਾਂ ਬੋਇਲਿੰਗ ਵਾਟਰ ਐਡ ਕਰਾਂਗੇ ਇਹਦੇ ਵਿੱਚ। ਆਹ ਰਿਐਕਸ਼ਨ ਬਣ ਗਿਆ, ਪ੍ਰੋਡਕਟ ਬਣ ਗਿਆ ਆਪਣੇ, ਤਾਂ ਕਿ ਬਣ ਜਾਊ ਆਪਣੇ ਐਲਡੀਹਾਈਡ ਗਰੁੱਪ ਬਣ ਜੂਗਾ, ਐਲਡੀਹਾਈਡ ਅਤੇ N ਪਲੱਸ NH4Cl। ਨੈਕਸਟ ਰਿਐਕਸ਼ਨ ਹੈ ਕਲੈਮਨਸਨ ਰਿਡਕਸ਼ਨ। ਕਲੈਮਨਸਨ ਰਿਡਕਸ਼ਨ 'ਚ ਕੀ ਹੁੰਦਾ, ਦੇਖੋ ਐਲਡੀਹਾਈਡ ਐਂਡ ਕੀਟੋਨ ਆਰ ਰਿਡਿਊਸ ਟੂ ਹਾਈਡਰੋਕਾਰਬਨਸ ਟ੍ਰੀਟਡ ਵਿਦ ਮਿਕਸਚਰ ਆਫ ਜ਼ਿੰਕ ਮਰਕਰੀ ਅਲੋਏ ਐਂਡ ਕੰਸਨਟ੍ਰੇਟਡ HCl। ਕਲੈਮਨਸਨ ਰਿਡਕਸ਼ਨ 'ਚ ਕੀ ਹੁੰਦਾ, ਐਲਡੀਹਾਈਡ ਅਤੇ ਕੀਟੋਨ ਹੋਵੇ, ਭਾਵੇਂ ਐਲਡੀਹਾਈਡ ਹੋ ਜਾਂ ਕੀਟੋਨ, ਉਹਨੂੰ ਕੀ ਕਰਦੇ ਆਪਾਂ ਰਿਡਿਊਸ ਕਰਦੇ ਹਾਂ ਹਾਈਡਰੋਕਾਰਬਨਸ 'ਚ। ਕਿਵੇਂ ਉਹਨੂੰ ਟਰੀਟ ਕਰਦੇ ਹਾਂ ਵਿਦ ਦਾ ਮਿਕਸਚਰ ਆਫ ਜ਼ਿੰਕ ਮਰਕਰੀ ਅਲੋਏ ਐਂਡ ਕੰਸਨਟ੍ਰੇਟਡ HCl। ਇਹ ਜੋ ਰਿਐਕਸ਼ਨ ਕਰਾਉਂਦੇ ਆਪਾਂ ਕਿਸੇ ਐਲਡੀਹਾਈਡ ਕੀਟੋਨ ਦੀ ਜ਼ਿੰਕ ਮਰਕਰੀ HCl ਨਾਲ, ਕੀ ਬਣ ਜਾਂਦਾ, ਹਾਈਡਰੋਕਾਰਬਨਸ ਬਣਦੇ ਨੇ ਪਲੱਸ ਵਾਟਰ ਬਾਹਰ ਨਿਕਲਿਆ। ਐਗਜ਼ਾਮਪਲ ਐਸੇ CH3 ਕੀਟੋਨ ਲਿਆ, ਕੀਟੋਨ ਦੀ ਜ਼ਿੰਕ ਇਨ ਮਰਕਰੀ ਪਲੱਸ HCl, ਅਤੇ ਕੀ ਬਣ ਜੂ, ਪ੍ਰੋਪੇਨ ਬਣ ਜੂਗਾ ਪਲੱਸ ਵਾਟਰ। ਨੈਕਸਟ ਰਿਐਕਸ਼ਨ ਹੈ ਵੋਲਫ ਕਿਸ਼ਨਰ ਰਿਡਕਸ਼ਨ। Carbonyl group of aldehyde or ketone treating with the hydrazine which one on heating with the potassium hydroxide in a high boiling solvent ethylene glycol reduced to CH2 group। ਇਹਦੇ ਵਿੱਚ ਦੇਖੋ ਕੋਈ ਵੀ ਕਾਰਬੋਨਾਈਲ ਗਰੁੱਪ ਹੈ, ਉਵੇਂ ਐਲਡੀਹਾਈਡ ਹੈ ਜਾਂ ਕੀਟੋਨ ਹੈ, ਉਹਦੀ ਆਪਾਂ ਹਾਈਡਰਾਜ਼ੀਨ ਨਾਲ ਰਿਐਕਸ਼ਨ ਕਰਾਉਂਦੇ ਹਾਂ। ਹਾਈਡਰਾਜ਼ੀਨ ਕੀ ਹੁੰਦਾ, NH2NH2। ਬਾਅਦ 'ਚ ਉਹਨੂੰ ਹੀਟ ਕਰਦੇ ਹਾਂ, ਜਦੋਂ ਆਪਾਂ ਵਾਟਰ ਰਿਲੀਜ਼ ਹੋ ਜਾਂਦਾ, ਹਾਈ ਬੋਇਲਿੰਗ ਪੁਆਇੰਟ ਕੀ ਬਣਦਾ ਆਪਣਾ, ਇਥਾਈਲੀਨ ਗਲਾਈਕੋਲ ਬਣਦਾ। ਉਹ ਰਿਡਿਊਸ ਕਾਹ 'ਚ ਹੋ ਜਾਂਦਾ, ਫਿਰ CH2 ਗਰੁੱਪ 'ਚ ਰਿਡਿਊਸ ਹੋ ਜਾਂਦਾ। ਹੁਣ ਦੇਖੋ ਇਹਦੀ ਰਿਐਕਸ਼ਨ ਦੇਖ ਸਕਦੇ ਹੋ, ਕਾਰਬੋਨਾਈਲ ਗਰੁੱਪ ਲਿਆ ਆਪਾਂ, ਇਹਦੀ ਕੀਟੋਨ ਵੀ ਲੈ ਸਕਦੇ ਆਪਾਂ, ਐਲਡੀਹਾਈਡ ਵੀ। ਆਪਾਂ ਐਗਜ਼ਾਮਪਲ ਲੈ ਰਹੇ ਇੱਕ, ਇਹਦੀ ਹਾਈਡਰਾਜ਼ੀਨ ਨਾਲ ਰਿਐਕਸ਼ਨ ਕਰਾਈ NH2NH2, ਕਿਤਾ ਵਾਟਰ ਬਾਹਰ ਨਿਕਲ ਜੂ ਇਹਦੇ ਵਿੱਚੋਂ। ਜੋ ਵਾਟਰ ਬਾਹਰ ਨਿਕਲ ਕੇ ਇੱਕ ਨਾਲ ਕੀ ਲੱਗ ਜੂ, ਇਹਦੇ NH2 ਲੱਗ ਜੂਗਾ ਨਾਲ, ਠੀਕ ਹੈ। ਹੁਣ ਇਹਦੀ ਆਪਾਂ ਹੀਟ ਕਰਾਂਗੇ ਇਹਨੂੰ ਇਥਾਈਲੀਨ ਗਲਾਈਕੋਲ ਦੀ ਪ੍ਰੈਸ ਇਹਦੀ KOH, ਕੀ ਬਣ ਜੂ, ਇਹ CH2 ਪਲੱਸ N2, ਨਾਈਟ੍ਰੋਜਨ ਗੈਸ ਇਹਦੇ ਵਿੱਚੋਂ ਬਾਹਰ ਰਿਮੂਵ ਹੋ ਜੂ। ਇਹ ਕੀ ਬਣ ਗਿਆ ਆਪਣੇ CH2 ਗਰੁੱਪ ਬਣ ਗਿਆ, ਠੀਕ ਹੈ। ਇਹ ਰਿਐਕਸ਼ਨ ਕਿਸ ਲਈ ਯੂਜ਼ ਹੁੰਦੀ ਹੈ, ਕਿਸੇ ਵੀ ਕਾਰਬੋਨਾਈਲ ਗਰੁੱਪ ਨੂੰ ਆਪਾਂ CH2 'ਚ ਹਾਈਡਰੋਕਾਰਬਨ 'ਚੋਂ ਵੀ ਰਿਡਿਊਸ ਕਰਨਾ ਹੋਵੇ। ਨਾਮ ਕੀ ਹੈ, ਵੋਲਫ ਕਿਸ਼ਨਰ ਰਿਡਕਸ਼ਨ, ਠੀਕ ਹੈ। ਨੈਕਸਟ ਰਿਐਕਸ਼ਨ ਹੈ ਐਲਡੋਲ ਕੰਡੈਂਸੇਸ਼ਨ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਸਟਾਰ ਲਗਾ ਲਓ। ਐਲਡੋਲ ਕੰਡੈਂਸੇਸ਼ਨ, ਇਨ ਦਿਸ ਰਿਐਕਸ਼ਨ ਟੂ ਮੋਲੀਕੂਲਸ ਆਫ ਐਨ ਐਲਡੀਹਾਈਡ ਐਂਡ ਕੀਟੋਨ ਕੰਡੈਂਸ ਇਨ ਪ੍ਰੈਜ਼ੈਂਸ ਆਫ ਡਿਲੂਟ ਅਲਕਲੀ ਟੂ ਫॉर्म ਬੀਟਾ ਹਾਈਡਰੋਕਸੀ ਐਲਡੀਹਾਈਡ ਔਰ ਬੀਟਾ ਹਾਈਡਰੋਕਸੀ ਕੀਟੋਨ ਵਿਚ ਆਰ ਕਾਲਡ ਐਲਡੋਲਸ। ਇਹਦੇ ਵਿੱਚ ਕੀ ਹੁੰਦਾ, ਦੋ ਮੋਲੀਕੂਲ ਲੈਂਦੇ ਆਪਾਂ ਐਲਡੀਹਾਈਡ ਜਾਂ ਕੀਟੋਨ ਦੇ, ਉਹਨਾਂ ਨੂੰ ਕੰਡੈਂਸ ਕਰਦੇ ਹਾਂ ਕਿਹਦੀ ਪ੍ਰੈਸ 'ਚ, ਬੇਸ ਦੀ ਪ੍ਰੈਸ 'ਚ, ਡਿਲੂਟ ਬੇਸ ਦੀ ਪ੍ਰੈਸ 'ਚ। ਉਹਨੂੰ ਤਾਂ ਕੀ ਬਣਦਾ ਆਪਣੇ ਬੀਟਾ ਹਾਈਡਰੋਕਸੀ ਐਲਡੀਹਾਈਡ ਅਤੇ ਬੀਟਾ ਹਾਈਡਰੋਕਸੀ ਕੀਟੋਨ ਬਣ ਜਾਂਦਾ। ਇਹਨਾਂ ਦੋਨਾਂ ਨੂੰ ਕਹਿੰਦੇ ਆਪਾਂ ਐਲਡੋਲਸ, ਠੀਕ ਹੈ। ਇਸ ਕਰਕੇ ਇਹਦਾ ਨਾਮ ਕੀ ਹੈ, ਐਲਡੋਲ ਕੰਡੈਂਸੇਸ਼ਨ। ਐਗਜ਼ਾਮਪਲ ਦੇਖ ਸਕਦੇ ਹੋ, ਇਹ ਰਿਐਕਸ਼ਨ CH3COH ਪਲੱਸ, ਇਹ ਵੀ ਆਪਾਂ ਦੋ ਪ੍ਰੋਡਕਟ ਹੀ ਲਏ ਆ, ਦੇਖੋ CH3COH ਐਲਡੀਹਾਈਡ ਦੇ ਦੋ ਲਏ ਮੋਲੀਕੂਲਸ, ਉਹ ਇੱਕ ਨੂੰ ਖੋਲ ਕੇ ਲਿਖਤਾ ਆਪਾਂ, ਇੱਕ ਸਿੰਪਲ ਲਿਖਤਾ। ਹੁਣ ਦੇਖੋ ਇਹਦੇ ਵਿੱਚ ਅਲਫਾ ਹਾਈਡਰੋਜਨ ਨੇ, ਇਹਨਾਂ ਨੂੰ ਜਿਹੜੇ ਕਾਰਬਨ ਦੇ ਨਾਲ ਲੱਗੇ ਹੁੰਦੀਆਂ ਹਾਈਡਰੋਜਨ, ਅਲਫਾ ਹਾਈਡਰੋਜਨ ਕਹਿੰਦੇ ਆ। 3 ਅਲਫਾ ਹਾਈਡਰੋਜਨ ਨੇ ਆਪਣੇ ਕੋਲ ਇਨ ਦੀ ਪ੍ਰੈਜ਼ੈਂਸ ਆਫ ਡਿਲੂਟ NaOH। H ਕੀ ਕਰਦੀ ਹੈ, ਇਹਦੇ ਉੱਤੇ ਅਟੈਕ ਕਰ ਦਿੰਦੀ ਹੈ, H ਅਟੈਕ ਕਰ ਦੂਗੀ, ਠੀਕ ਹੈ। ਅਤੇ ਇਹ ਰਿਐਕਸ਼ਨ ਨਾਲ ਇਹਦੇ ਉੱਤੇ ਅਟੈਕ ਕਰ ਦੂ, ਨਾਲ ਅਟੈਚ ਹੋ ਜੂ ਇਹ ਗਰੁੱਪ, ਕੀ ਬਣ ਜੂ CH3COH CH2C ਡਬਲ ਬੌਂਡ OH। ਇਹਨੂੰ ਕਹਿੰਦੇ ਆਪਾਂ ਬੀਟਾ ਹਾਈਡਰੋਕਸੀ ਐਲਡੀਹਾਈਡ। ਹੁਣ ਨੈਕਸਟ ਸਟੈਪ ਦੇਖੋ, ਸੈਕਿੰਡ ਸਟੈਪ ਹੈ
CH3COCH3 ਦੁਬਾਰਾ ਫਿਰ ਇਹਦੇ ਨਾਲ ਰਿਐਕਸ਼ਨ ਕਰਾਵਾਂਗੇ ਇਹਦੀ ਕੀਟੋਨ ਦੀ, ਪਹਿਲਾਂ ਐਲਡੀਹਾਈਡ ਦੀ ਕਰਾਈ ਸੀ, ਹੁਣ ਕੀਟੋਨ ਦੀ ਰਿਐਕਸ਼ਨ ਕਰਾ ਰਹੇ ਹਾਂ ਫਾਰਮੈਲਡੀਹਾਈਡ ਨਾਲ। ਫਾਰਮੈਲਡੀਹਾਈਡ ਨਾਲ ਰਿਐਕਸ਼ਨ ਹੋਊਗੀ, ਹਾਈਡਰੋਜਨ ਅਲਫਾ ਹਾਈਡਰੋਜਨ ਉਹਦੇ ਆਕਸੀਜਨ 'ਤੇ ਅਟੈਕ ਕਰੂ, ਬੌਂਡ ਸ਼ਿਫਟ ਹੋਊਗਾ, ਡਿਲੂਟ NaO 'ਚ ਇਹ ਸਾਰਾ ਪ੍ਰੋਡਕਟ ਉਹਦੇ ਨਾਲ ਕੀ ਲੱਗ ਜੂਗਾ, ਸ਼ਿਫਟ ਹੋ ਜੂਗਾ। ਠੀਕ ਹੈ, ਇਹ ਦੇਖ ਕਿਵੇਂ ਹੁੰਦਾ ਦੇਖੋ, ਜਿਵੇਂ ਹਾਈਡਰੋਜਨ ਅਲਫਾ ਹਾਈਡਰੋਜਨ ਇਹਦੀ ਸ਼ਿਫਟ ਹੋ ਜੂਗੀ। ਠੀਕ ਹੈ, ਆਹ ਇਲੈਕਟ੍ਰੋਨ ਕਾਰਬਨ 'ਤੇ ਸ਼ਿਫਟ ਕਰ ਜਾਣੇ, ਕਾਰਬਨ 'ਤੇ ਕਿਹੜਾ ਚਾਰਜ ਆ ਜੂਗਾ, ਨੈਗੇਟਿਵ। ਇਹ ਕਾਰਬਨ 'ਤੇ ਕਿਹੜਾ ਆ ਜੂਗਾ, ਪੋਜ਼ੀਟਿਵ। ਇਸ ਕਰਕੇ ਇਹ ਕਾਰਬਨ ਬਾਅਦ ਚੋਂ ਇਹ ਕਾਰਬਨ 'ਤੇ ਕੀ ਕਰ ਦਿੰਦੀ ਹੈ, ਅਟੈਕ, ਇਹ ਅਟੈਚ ਹੋ ਜਾਂਦੀ ਹੈ ਇਹਦੇ ਨਾਲ। ਠੀਕ ਹੈ, ਦੇਖ ਸਕਦੇ ਹੋ ਜਿਹੜਾ CH3 ਗਰੁੱਪ ਦਾ ਇਹ ਤਾਂ ਨੀਚੇ ਆ ਗਿਆ, ਬਾਕੀ ਸਿੰਪਲ ਆ ਸਾਰੇ ਗਰੁੱਪ ਇਹਦੇ ਨਾਲ ਅਟੈਚ ਹੋ ਗਏ। ਇਹਨੂੰ ਕਹਿੰਦੇ ਆਪਾਂ ਬੀਟਾ ਹਾਈਡਰੋਕਸੀ ਕੀਟੋਨ, ਇਹਨਾਂ ਨੂੰ ਕਹਿੰਦੇ ਆਪਾਂ ਐਲਡੋਲ ਕੰਡੈਂਸੇਟ। ਦਿਸ ਰਿਐਕਸ਼ਨ ਕੈਨ ਬੀ ਡਨ ਬਾਈ 2 ਐਲਡੀਹਾਈਡ 2 ਕੀਟੋਨ 1 ਐਲਡੀਹਾਈਡ ਐਂਡ 1 ਕੀਟੋਨ ਔਰ ਵਾਈਸ ਵਰਸਾ। ਇਹ ਰਿਐਕਸ਼ਨ ਕਿਵੇਂ ਵੀ ਕਰ ਸਕਦੇ ਆਪਾਂ, 2 ਐਲਡੀਹਾਈਡ ਲੈ ਕੇ ਕਰ ਸਕਦੇ ਹਾਂ, 2 ਕੀਟੋਨ ਲੈ ਕੇ ਕਰ ਸਕਦੇ ਹਾਂ, 1 ਐਲਡੀਹਾਈਡ ਤੇ 1 ਕੀਟੋਨ ਲੈ ਲਓ, ਜਾਂ ਪਹਿਲਾਂ ਕੀਟੋਨ ਲੈ ਲਓ ਫਿਰ ਐਲਡੀਹਾਈਡ ਲੈ ਲਓ, ਕਿਸੇ ਵੀ ਰਿਐਕਸ਼ਨ ਕਰ ਸਕਦੇ ਹਾਂ। ਇਸ ਕਰਕੇ ਇਹਨੂੰ ਨਾਮ ਨੇਮ ਕੀ ਐਲਡੋਲ ਕੰਡੈਂਸੇਸ਼ਨ। ਨੈਕਸਟ ਰਿਐਕਸ਼ਨ ਆਪਣੇ ਕੋਲ ਕੈਨੀਜੈਰੋ ਰਿਐਕਸ਼ਨ। ਐਲਡੀਹਾਈਡ which do not contain alpha hydrogen atom when treated with concentrated alkali solution undergo disproportionation reaction is that self oxidation or reduction। ਜਦੋਂ ਆਪਾਂ ਜਿਹੜੇ ਐਲਡੀਹਾਈਡ ਹੁੰਦੇ ਨੇ ਅਲਫਾ ਹਾਈਡਰੋਜਨ ਜਿਨ੍ਹਾਂ ਲਵੇ ਨਹੀਂ ਹੁੰਦੀ, ਜੋ ਉਹਨਾਂ ਨੂੰ ਟਰੀਟ ਕਰਦੇ ਹਾਂ ਕੰਸਨਟਰੇਟਡ ਅਲਕਲੀ ਸੋਲਿਊਸ਼ਨਸ ਨਾਲ, ਉਹਨਾਂ ਦੀ ਡਿਸਪ੍ਰੋਪੋਰਸ਼ਨੇਸ਼ਨ ਰਿਐਕਸ਼ਨ ਹੋ ਜਾਂਦੀ ਹੈ। ਇਸ ਮਤਲਬ ਸੈਲਫ ਆਕਸੀਡੇਸ਼ਨ ਜਾਂ ਰਿਡਕਸ਼ਨ ਹੋ ਜਾਂਦੀ ਹੈ। ਐਜ਼ ਅ ਰਿਜ਼ਲਟ 1 ਮੋਲੀਕੂਲ ਇਜ਼ ਆਕਸੀਡਾਈਜ਼ ਟੂ ਕਾਰਬੋਕਸਿਲਿਕ ਐਸਿਡ ਐਂਡ ਅਨਦਰ ਇਜ਼ ਰਿਡਿਊਸ ਟੂ ਅਲਕੋਹਲ। ਇੱਕ ਪ੍ਰੋਡਕਟ ਦਾ ਕੀ ਆਕਸੀਡੇਸ਼ਨ ਹੋ ਕੇ ਕਾਰਬੋਕਸਿਲਿਕ ਐਸਿਡ ਦੇ ਜਾਂਦਾ ਆਪਾਂ ਨੂੰ, ਅਤੇ ਦੂਸਰਾ ਕੀ ਕਰਦਾ, ਰਿਡਿਊਸ ਹੋ ਕੇ ਅਲਕੋਹਲ ਦੇ ਜਾਂਦਾ। ਦੇਖੋ ਹੁਣ ਜਿਵੇਂ ਰਿਐਕਸ਼ਨ ਦੇਖ ਸਕਦੇ ਆਪਾਂ, ਦੋ ਕੀ ਫਾਰਮੈਲਡੀਹਾਈਡ ਗਰੁੱਪ ਲਏ ਹੋਏ ਆ, ਦੋਨੋਂ ਕੰਸਨਟਰੇਟ NaO 'ਚ ਰਿਐਕਸ਼ਨ ਕਰਾਈ, ਕੀ ਹੋ ਗਿਆ, ਇੱਕ ਦੀ ਤਾਂ ਰਿਡਕਸ਼ਨ ਹੋ ਗਈ ਕੀ ਬਣ ਗਿਆ, ਅਲਕੋਹਲ ਬਣ ਗਿਆ, ਅਤੇ ਦੂਸਰੀ ਦੀ ਆਕਸੀਡੇਸ਼ਨ ਹੋ ਗਈ। ਆਕਸੀਡੇਸ਼ਨ ਕੀ ਹੋ ਕੇ ਕੀ ਬਣ ਗਿਆ ਉਹਦਾ, ਆਕਸੀਡੇਸ਼ਨ ਹੋ ਕੇ ਕੀ ਬਣਦਾ ਉਹਦਾ, ਕਾਰਬੋਕਸਿਲਿਕ ਐਸਿਡ, ਦੂਸਰੇ ਦਾ ਕਾਰਬੋਕਸਿਲਿਕ ਐਸਿਡ ਬਣ ਗਿਆ। ਠੀਕ ਹੈ, ਅਸੀਂ ਆਪਾਂ ਉਹਦੇ ਵਿੱਚ ਵੀ ਲੈ ਸਕਦੇ ਹਾਂ, ਇਹ ਐਰੋਮੈਟਿਕ ਕੰਪਾਊਂਡਸ ਵੀ ਲੈ ਸਕਦੇ ਹਾਂ। ਬੈਂਜ਼ੈਲਡੀਹਾਈਡ ਲਿਆ, 2 ਮੋਲੀਕੂਲਸ ਲਿਆ ਬੈਂਜ਼ੈਲਡੀਹਾਈਡ ਦੇ ਕੰਸਨਟਰੇਟ NaOH ਦੀ ਪ੍ਰੈਸ ਕੀ ਬਣ ਗਿਆ, ਇੱਕ ਤਾਂ ਉਹੀ ਕਾਰਬੋਕਸਿਲਿਕ ਐਸਿਡ ਬਣ ਗਿਆ ਸੋਡੀਅਮ ਨਾਲ, ਅਤੇ ਇੱਕ ਬਣ ਗਿਆ ਆਪਣੇ ਅਲਕੋਹਲਿਕ ਗਰੁੱਪ ਬਣ ਗਿਆ। ਠੀਕ ਹੈ, ਇਹ ਨਾਮ ਕੀ ਹੈ, ਕੈਨੀਜ਼ੈਰੋ ਰਿਐਕਸ਼ਨ। ਇਹ ਵੀ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। ਨੈਕਸਟ ਵਨ ਹੈ ਵਿਲੀਅਮਸਨ ਸਿੰਥੀਸਿਸ। ਵਿਲੀਅਮਸਨ ਸਿੰਥੀਸਿਸ ਕਿਸ ਲਈ ਯੂਜ਼ ਹੁੰਦੀ ਹੈ, ਫੋਰਮਡ ਸਿਮੈਟਰਿਕ ਐਂਡ ਅਨਸਿਮੈਟਰਿਕ ਈਥਰ ਦਾ ਫਾਰਮੂਲਾ ਕੀ ਹੁੰਦਾ, ROR। ਇਹ ਸਿਮੈਟਰੀਕਲ ਵੀ ਬਣਾ ਸਕਦੇ ਇਹਦੇ ਨਾਲ, ਅਨਸਿਮੈਟਰੀਕਲ ਈਥਰ। ਸਿਮੈਟਰੀਕਲ ਈਥਰ ਕਿਹੜੇ ਹੋ ਗਏ, ਜਿਨ੍ਹਾਂ ਦੇ ਆਕਸੀਜਨ ਦੇ ਸਾਈਡਾਂ 'ਤੇ ਸੇਮ ਗਰੁੱਪ ਹੋਵੇ, ਮੰਨ ਲਓ CH3OCH3, ਇਹ ਕੀ ਹੈ, ਸਿਮੈਟਰੀਕਲ ਈਥਰ ਹੈ। ਅਨਸਿਮੈਟਰੀਕਲ ਈਥਰ 'ਚ ਕੀ ਹੈ, ਇੱਕ ਪਾਸੇ ਲਾਰਜਰ ਗਰੁੱਪ ਹੋਵੇ, ਇੱਕ ਪਾਸੇ ਸਮੋਲਰ ਗਰੁੱਪ ਹੋਵੇ, ਜਿਵੇਂ CH3OCH2CH3, ਇਹ ਕੀ ਹੋ ਗਿਆ, ਅਨਸਿਮੈਟਰੀਕਲ ਹੋ, ਇੱਕ ਪਾਸੇ ਮਿਥਾਈਲ ਗਰੁੱਪ ਹੈ, ਇੱਕ ਸਾਈਡ 'ਤੇ ਇਥਾਈਲ ਗਰੁੱਪ ਹੈ। ਰਿਐਕਸ਼ਨ ਦੇਖ ਸਕਦੇ ਹੋ, RONA ਸੋਡੀਅਮ ਅਲਕੋਕਸਾਈਡ ਦੀ ਰਿਐਕਸ਼ਨ ਕਰਾਈ ਆਪਾਂ ਅਲਕਾਇਲ ਹੈਲਾਈਡ ਨਾਲ। ਦੇਖੋ ਇਹ ਰਿਐਕਸ਼ਨ ਕਿਵੇਂ ਹੁੰਦੀ ਹੈ, ਜਿਵੇਂ ਇਲੈਕਟ੍ਰੋਨ ਉਰੇ ਸ਼ਿਫਟ ਕਰ ਗਏ, ਇਹਦੇ ਕੀ ਆਜੂ, ਪਾਰਸ਼ਲੀ ਨੈਗੇਟਿਵ ਚਾਰਜ ਆਜੂ, ਇਹਦੇ ਪਾਰਸ਼ਲੀ ਪੋਜ਼ੀਟਿਵ। ਸੋਡੀਅਮ ਦੇ ਚਾਰਜ ਕੀ ਹੈ, ਪੋਜ਼ੀਟਿਵ, ਅਤੇ ਆਕਸੀਜਨ 'ਤੇ ਕਿਹੜਾ ਚਾਰਜ ਹੈ, ਨੈਗੇਟਿਵ। ਇਹ ਆਪਸ 'ਚ ਕੰਬਾਈਨ ਕਰ ਦਿੰਦੇ ਆ। R ਤਾਂ ਇੱਥੇ ਚਲਾ O 'ਤੇ ਅਟੈਕ ਕਰ ਦਿੰਦਾ, ਸੋਡੀਅਮ X ਨਾਲ ਅਟੈਚ ਹੋ ਜਾਂਦਾ। ROR ਕੀ ਬਣ ਗਿਆ ਆਪਣੇ ਲਈ ਈਥਰ, ਅਤੇ ਆਹ ਬਾਹਰ ਸੋਡੀਅਮ ਹਲਾਈਡ ਬਾਹਰ ਨਿਕਲ ਜੂਗਾ। ਐਗਜ਼ਾਮਪਲ ਦੇ CH3ONA + CH3CH2Br। ਇਹ 'ਚ ਕੀ ਹੁੰਦਾ, ਅਤੇ ਇੱਕ ਉਹ ਤੁਸੀਂ ਧਿਆਨ ਰੱਖਣਾ, ਇਹਦੇ ਵਿੱਚ SN2 ਮਕੈਨਿਜ਼ਮ ਹੁੰਦੇ, ਆਪਾਂ ਪੜ੍ਹਾਂਗੇ 2 ਮਕੈਨਿਜ਼ਮ ਹੁੰਦੇ, SN1 ਅਤੇ SN2। ਇਹਦੇ ਵਿੱਚ ਕਿਹੜਾ ਮਕੈਨਿਜ਼ਮ ਹੁੰਦਾ, SN2। ਇਹਦੀ ਫੁੱਲ ਫੋਰਮ ਹੁੰਦੀ ਹੈ ਸਬਸਟੀਟਿਊਸ਼ਨ ਨਿਊਕਲੀਓਫਾਈਲ 2। ਠੀਕ ਹੈ, ਇਹਦੇ ਵਿੱਚ ਕੀ ਬਣ ਗਿਆ, CH3CH2CH3 + NaB ਹੈ। ਹੁਣ ਦੇਖੋ ਜਿਹੜਾ ਇਹ ਈਥਰ ਹੈ, ਅਨਸਿਮੈਟਰੀਕਲ ਈਥਰ ਹੈ, ਕਿਉਂਕਿ ਇੱਕ ਪਾਸੇ ਇਥਾਈਲ ਗਰੁੱਪ ਹੈ, ਇੱਕ ਪਾਸੇ ਮਿਥਾਈਲ ਹੈ, ਇਸ ਕਰਕੇ ਇਹਨੂੰ ਅਨਸਿਮੈਟਰੀਕਲ ਈਥਰ ਕਹਿੰਦੇ ਹਾਂ। ਇਹਦੀ ਮਦਦ ਨਾਲ ਆਪਾਂ ਕੋਈ ਵੀ ਈਥਰ ਬਣਾ ਸਕਦੇ, ਸਿਮੈਟਰੀਕਲ ਵੀ ਬਣਾ ਸਕਦੇ, ਅਨਸਿਮੈਟਰੀਕਲ। ਇਹਦੀ ਆਪਣੀ ਮਰਜ਼ੀ ਹੁੰਦੀ ਹੈ ਕਿੰਨੇ ਕਾਰਬਨਸ ਲੈਣੀਆਂ, ਆਪਾਂ 3 ਵਾਲਾ ਪ੍ਰੋਪੇਨ ਲੈ ਸਕਦੇ ਹਾਂ, ਬਿਊਟੇਨ, ਈਥੇਨ, ਕੋਈ ਵੀ ਲੈ ਸਕਦੇ ਹਾਂ। ਠੀਕ ਹੈ, ਨੈਕਸਟ ਰਿਐਕਸ਼ਨ ਆਪਣੇ ਕੋਲ ਕਾਰਬਾਈਲ ਅਮਾਈਨ ਰਿਐਕਸ਼ਨ। ਇਹਦੇ ਵਿੱਚ ਕੀ ਹੁੰਦਾ, ਅਮਾਈਨਸ ਦੀ ਰਿਐਕਸ਼ਨ ਹੁੰਦੀ ਹੈ, ਪ੍ਰਾਇਮਰੀ ਅਮਾਈਨਸ ਬੋਥ ਐਲੀਫੈਟਿਕ ਐਂਡ ਐਰੋਮੈਟਿਕ। ਐਲੀਫੈਟਿਕ ਵੀ ਲੈ ਸਕਦੇ ਹਾਂ ਆਪਾਂ, ਐਰੋਮੈਟਿਕ ਲੈਣੇ ਕਿਹੜੇ, ਪ੍ਰਾਇਮਰੀ। ਵੈਨ ਵਾਰਮਡ ਵਿਦ ਕਲੋਰੋਫੋਮ ਐਂਡ ਅਲਕੋਹਲਿਕ AH ਗਿਵ ਆਈਸੋਸਾਈਨਾਈਡਸ। ਜਦੋਂ ਆਪਾਂ ਉਹਨਾਂ ਨੂੰ ਹੀਟ ਦਿੰਦੇ ਹਾਂ, ਉਹਨਾਂ ਨੂੰ ਕਲੋਰੋਫੋਮ ਅਤੇ ਅਲਕੋਹਲਿਕ AH ਨਾਲ ਰਿਐਕਸ਼ਨ ਕਰਾਉਂਦੇ ਹਾਂ, ਉਹਦੀ ਕੀ ਦਿੰਦੇ ਆ, ਉਹ ਆਈਸੋਸਾਈਨਾਈਡ ਦਿੰਦੇ ਆ। ਇਟ ਹੈਜ਼ ਓਫੈਂਸਿਵ ਸਮੈਲ, ਦਿਸ ਇਜ਼ ਦਾ ਟੈਸਟ ਫॉर ਪ੍ਰਾਇਮਰੀ ਅਮਾਈਨਸ ਐਂਡ ਅਦਰ ਕਲਾਸ ਆਫ ਅਮਾਈਨਸ। ਇਹ ਇੱਕ ਤਰ੍ਹਾਂ ਟੈਸਟ ਵੀ ਹੈ, ਟੈਸਟ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ, ਮਾਈਨਸ ਪਤਾ ਕਰਨੇ, ਉਹ ਮਾਈਨਸ ਹੈਗੇ ਪ੍ਰੈਜ਼ੈਂਟ ਹੈਗੇ ਆ ਕਿ ਨਹੀਂ, ਪ੍ਰਾਇਮਰੀ ਮਾਈਨਸ ਲਈ ਵੀ ਅਤੇ ਦੂਸਰੇ ਮਾਈਨਸ ਲਈ ਵੀ, ਕਿਉਂਕਿ ਇਹਦੀ ਕੀ ਹੁੰਦਾ, ਔਫੈਂਸਿਵ ਸਮੈਲ ਹੁੰਦੀ ਹੈ ਜਦੋਂ ਇਹ ਆਈਸੋਸਾਈਨਾਈਡਸ ਬਣਦੇ ਆ, ਪ੍ਰੋਡਕਟ ਦਿੰਦੇ ਆ। ਇਹ ਰਿਐਕਸ਼ਨ ਦੇਖ ਸਕਦੇ ਹੋ, RNH2 + CHCl3 ਇਨ ਦੀ ਪ੍ਰੈਜ਼ੈਂਸ ਆਫ ਕਲੋਰੋਫੋਮ + KOH ਕੀ ਬਣ ਜੂ ਆਪਣੇ ਲਵੇ, RNC ਅਲਕਾਇਲ ਸਾਈਨਾਈਡ + 3 KCl + 3 ਵਾਟਰ। ਦੇਖੋ ਇਹਦੇ ਵਿੱਚ ਕਿਵੇਂ ਰਿਐਕਸ਼ਨ ਹੁੰਦੀ ਹੈ,
ਇੱਕ ਤਾਂ ਨਿਕਲਦਾ ਆਪਣੇ ਵਾਟਰ ਬਾਹਰ ਨਿਕਲ ਜੂਗਾ ਇਹ ਚੋਂ ਹਾਈਡਰੋਜਨ ਤੇ OH, ਠੀਕ ਹੈ। ਤੇ ਇੱਕ ਬਾਹਰ ਨਿਕਲਦਾ ਆਪਣੇ ਲਈ KCl, ਤੇ ਆਹ KCl ਇਹਦੇ ਨਾਲ ਕੰਬਾਈਨ ਹੋ ਜੂਗਾ, ਠੀਕ ਹੈ। ਤੇ ਜਿਹੜੀ ਆਹ ਕਾਰਬਨ ਰਹੇਗੀ ਇਹ ਇਹਦੇ ਨਾਲ ਜਾ ਕੇ ਅਟੈਚ ਹੋ ਜਾਂਦੀ ਹੈ। ਨੈਕਸਟ ਰਿਐਕਸ਼ਨ ਹੈ ਇਟਾਰ ਰਿਐਕਸ਼ਨ। क्रोमाइल group oxides methyl group to get chromium complex which on hydrolysis provides corresponding benzaldehyde। ਇਹਦੇ ਵਿੱਚ ਕੀ ਬੈਂਜ਼ਾਲਡੀਹਾਈਡ ਬਣਦਾ ਆਪਣੇ ਲਈ, ਜਿਵੇਂ ਪਹਿਲਾਂ ਟੋਲੀਨ ਹੈ, ਟੋਲੀਨ ਦੀ ਆਪਾਂ ਰਿਐਕਸ਼ਨ ਕਰੀਏ Ca2Cl2 ਨਾਲ ਇਨ ਦੀ ਪ੍ਰੈਸ ਆਫ CS2 ਵਿੱਚ ਔਨ ਹਾਈਡਰੋਲੀਸਿਸ। ਇਹਦੀ ਫਿਰ ਆਪਾਂ ਹਾਈਡਰੋਲੀਸਿਸ ਕਰਾਵਾਂਗੇ। ਪਹਿਲਾਂ ਕ੍ਰੋਮਾਈਲ ਗਰੁੱਪ ਬਣ ਗਿਆ, ਕ੍ਰੋਮੀਅਮ ਕੰਪਲੈਕਸ ਬਣ ਗਿਆ ਆਪਣੇ ਕੰਪਲੈਕਸ। ਜਦੋਂ ਆਪਾਂ ਹਾਈਡਰੋਲੀਸਿਸ ਕਰਾਉਂਦੇ ਹਾਂ ਕਿ ਦਿੰਦਾ ਆਪਾਂ ਨੂੰ ਬੈਂਜ਼ਾਲਡੀਹਾਈਡ ਦਿੰਦਾ। ਬਸ ਇਹ ਰਿਐਕਸ਼ਨ ਤੁਸੀਂ ਯਾਦ ਰੱਖਣਾ ਵੀ ਕਿ ਇਟਾਰ ਰਿਐਕਸ਼ਨ ਕਿਸ ਲਈ ਯੂਜ਼ ਹੁੰਦੀ ਹੈ, ਬੈਂਜ਼ਾਲਡੀਹਾਈਡ ਦੀ ਫੋਰਮੇਸ਼ਨ ਲਈ ਯੂਜ਼ ਹੁੰਦੀ ਹੈ। ਨੈਕਸਟ ਰਿਐਕਸ਼ਨ ਆਪਣੇ ਕੋਲ ਹੋਫਮੈਨ ਬਰੋਮਾਈਡ ਰਿਐਕਸ਼ਨ, ਇਹ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਪ੍ਰਾਇਮਰੀ ਅਮਾਈਡਸ ਹੁੰਦੇ ਆ RC+NH2 ਪਲੱਸ ਬ੍ਰੋਮੀਨ ਪਲੱਸ ਅਲਕੋਹਲਿਕ 4NaOH। ਇਹ ਰਿਐਕਸ਼ਨ ਕਰਾਉਂਦੇ ਆਪਣੇ ਲਈ ਕੀ ਮਿਲਦਾ RNH2 ਅਮਾਈਨ ਪਲੱਸ Na2CO3 ਪਲੱਸ NaBr ਪਲੱਸ 2 ਵਾਟਰ। ਅਸੀਂ ਐਰੋਮੈਟਿਕ ਕੰਪਾਊਂਡਸ ਦੀ ਵੀ ਕਰਾ ਸਕਦੇ ਹਾਂ ਆਪਾਂ CONH2 ਇਨ ਦੀ ਪ੍ਰੈਸ ਆਫ ਸੋਡੀਅਮ ਆਕਸਾਈਡ ਬਰੋਮਾਈਡ, ਠੀਕ ਹੈ। ਇਹਨਾਂ ਵਿੱਚ ਕੀ ਬਣ ਜੂ ਆਪਣੇ ਲਈ ਐਨੀਲੀਨ ਬਣ ਜੂ, ਠੀਕ ਹੈ। ਨੈਕਸਟ ਰਿਐਕਸ਼ਨ ਆਪਣੇ ਕੋਲ ਗੈਬਰੀਅਲ ਥੈਲੇਮਾਈਡ ਸਿੰਥੇਸਿਸ। ਗੈਬਰੀਅਲ ਥੈਲੇਮਾਈਡ ਸਿੰਥੇਸਿਸ 'ਚ ਕੀ ਹੁੰਦਾ, ਥੈਲੇਮਾਈਡ ਗਰੁੱਪ ਹੈ ਉਹਦੇ KOH ਪ੍ਰੈਸ ਰਿਐਕਸ਼ਨ ਕਰਾਉਂਦੇ ਆ ਤਾਂ ਕੀ ਬਣਦਾ ਆਪਣੇ ਲਈ, ਦੇਖੋ ਇਹ ਰਿਐਕਸ਼ਨ ਕਿਵੇਂ ਹੋਊ ਆਪਣੇ ਥੈਲੇਮਾਈਡ ਹੈ ਆਪਣੇ ਲਈ। ਇਹਦੀ ਆਪਾਂ KOH ਨਾਲ ਰਿਐਕਸ਼ਨ ਕਰਾਈ, ਇਹਦੇ ਵਿੱਚ ਕੀ ਹੁੰਦਾ OH ਤੇ H ਬਾਹਰ ਨਿਕਲ ਜਾਂਦਾ, ਮਤਲਬ ਮਾਈਨਸ ਵਾਟਰ H2O, ਵਾਟਰ ਬਾਹਰ ਨਿਕਲ ਜੂ, K ਨਾਲ ਲੱਗ ਜੂਗਾ। ਸੋਡੀਅਮ 'ਤੇ ਕਿਹੜਾ ਚਾਰਜ, N 'ਤੇ ਕਿਹੜਾ ਚਾਰਜ ਹੈ ਪੋਜ਼ੀਟਿਵ, K 'ਤੇ ਹੈਗਾ ਨੈਗੇਟਿਵ ਚਾਰਜ NK। ਬਾਅਦ 'ਚੋਂ ਇਹਦੀ RX ਨਾਲ ਰਿਐਕਸ਼ਨ ਕਰਾਈ ਅਲਕਾਇਲ ਹੈਲਾਈਡ ਨਾਲ, ਇਹਦੇ ਵਿੱਚ ਕੀ ਹੁੰਦਾ ਉਹੀ ਚੀਜ਼ ਹੈ। ਦੇਖੋ ਇਹਦੇ ਉੱਤੇ X ਦੇ ਉੱਤੇ ਕਿਹੜਾ ਚਾਰਜ ਆ ਜੂਗਾ ਪੋਜ਼ੀਟਿਵ, KX ਬਾਹਰ ਨਿਕਲ ਜੂ ਇਹਦੇ ਵਿੱਚੋਂ ਮਾਈਨਸ KX ਮਾਈਨਸ KX, ਠੀਕ ਹੈ। R 'ਤੇ ਕਿਹੜਾ ਚਾਰਜ ਆ ਜੂ ਨੈਗੇਟਿਵ, R ਇਹਦੇ ਨਾਲ ਜਾ ਕੇ ਅਟੈਚ ਹੋ ਜਾਂਦਾ, ਠੀਕ ਹੈ। ਪ੍ਰੋਡਕਟ ਕੀ ਬਣੂ ਆਪਣੇ N ਅਲਕਾਈਲ ਥੈਲੇਮਾਈਡ। N ਅਲਕਾਈਲ ਥੈਲੇਮਾਈਡ ਦੀ ਵਜ੍ਹਾ ਸੋਡੀਅਮ AOH ਐਕੁਅਸ NaOH ਬੇਸਿਕ ਸੋਲਿਊਸ਼ਨ ਰਿਐਕਸ਼ਨ ਕਰਾਈ ਤਾਂ ਕੀ ਬਣ ਜੂ ਆਪਣੇ ਵੇ ਇਹ ਬੌਂਡ ਟੁੱਟ ਜਾਂਦੇ ਆ ਦੋਨੋਂ, ONa ਪਲੱਸ ONa ਪਲੱਸ RNH2 ਕੀ ਬਣ ਗਿਆ ਆਪਣੇ ਪ੍ਰਾਇਮਰੀ ਅਮਾਈਡ ਬਣ ਗਿਆ, ਠੀਕ ਹੈ। 24th ਰਿਐਕਸ਼ਨ ਹੈ ਕਪਲਿੰਗ ਰਿਐਕਸ਼ਨ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਨੈਕਸਟ ਰਿਐਕਸ਼ਨ ਆਪਣੇ ਕੋਲ 24th ਕਪਲਿੰਗ ਰਿਐਕਸ਼ਨ। Benzene diazoonium chloride gets reacted with phenol in which the phenol molecule at its para position is mixed with the diazoonium salt to give para-hydroxyazobenzene। ਹੁਣ ਦੇਖੋ ਇਹਦੀ ਰਿਐਕਸ਼ਨ ਕੀ ਕਰਦੇ ਆਪਣੇ ਬੈਂਜ਼ੀਨ ਡਾਈਜ਼ੋਨੀਅਮ ਕਲੋਰਾਈਡ ਆਪਣੇ ਕੋਲੇ ਉਹਦੀ ਰਿਐਕਸ਼ਨ ਕਰਾਈ ਆਪਾਂ ਫਿਨੋਲ ਨਾਲ। ਫਿਨੋਲ ਨਾਲ ਜੋ ਰਿਐਕਸ਼ਨ ਕਰਾਵਾਂਗੇ ਇਨ ਦੀ ਪ੍ਰੈਸ ਆਫ OH ਨੈਗੇਟਿਵ ਤਾਂ ਇਹਦੇ ਵਿੱਚ ਕੀ ਹੁੰਦਾ H ਤੋਂ ਪੈਰਾ ਪੋਜੀਸ਼ਨ 'ਤੇ H ਹੈ ਜਿਹੜਾ ਉਹ ਰਿਮੂਵ ਹੋ ਜਾਂਦਾ ਨਾਲੋਂ, HCl ਬਾਹਰ ਨਿਕਲ ਜੂ ਇਹਦੇ ਵਿੱਚੋਂ ਮਾਈਨਸ HCl, ਠੀਕ ਹੈ। ਅਤੇ ਬਾਅਦ 'ਚੋਂ ਆਪਣਾ ਪ੍ਰੋਡਕਟ ਕੀ ਬਣ ਜਾਂਦਾ ਇਹ ਨਾਲ ਬਾਕੀ ਅਟੈਚ ਹੋ ਜੂ, ਇਹਨੂੰ ਕਹਿੰਦੇ ਆ ਪਾਇਰਾ ਹਾਈਡਰੋਕਸੀਐਜ਼ੋਬੈਂਜ਼ੀਨ ਪਲੱਸ HCl। ਇਹਦਾ ਕਲਰ ਕੀ ਹੁੰਦਾ ਔਰੇਂਜ ਕਲਰ। ਇਹ ਰਿਐਕਸ਼ਨ ਪਤਾ ਲੱਗਾ ਕਪਲਿੰਗ ਰਿਐਕਸ਼ਨ ਕਿਹੜਾ ਕਲਰ ਦੀ ਔਰੇਂਜ ਕਲਰ। 25th ਰਿਐਕਸ਼ਨ ਹੈ ਹੈਲ-ਵੋਲਾਰਡ ਜੈਲੈਂਸਕੀ ਰਿਐਕਸ਼ਨ। ਇਹਦੇ ਵਿੱਚ ਕੀ ਹੁੰਦਾ ਦੇਖੋ ਕਾਰਬੋਕਸਿਲਿਕ ਐਸਿਡ ਹੈ, ਇਹਦੇ ਆਪਾਂ ਕਲੋਰੀਨ ਇਨ ਦੀ ਪ੍ਰੈਂਸ ਆਫ ਰੈੱਡ ਫੋਸਫੋਰਸ ਰਿਐਕਸ਼ਨ ਕਰਾਉਂਦੇ ਕੀ ਬਣਦਾ ਕਲੋਰੀਨ CS2COH ਪਲੱਸ HCl। ਉਹਦੇ ਸਿੰਪਲੀ ਤੁਸੀਂ ਯਾਦ ਰੱਖਣਾ ਵੀ ਇਹ ਰਿਐਕਸ਼ਨ ਕਿਸ ਦੀ ਪ੍ਰੈਂਸ 'ਚ ਹੁੰਦੀ ਹੈ ਰੈੱਡ ਫੋਸਫੋਰਸ ਦੀ ਅਤੇ ਕਲੋਰੀਨ ਦੀ ਪ੍ਰੈਂਸ 'ਚ ਹੁੰਦੀ। ਨੈਕਸਟ ਰਿਐਕਸ਼ਨ ਹੈ 26th ਉਲਮਾਨ ਰਿਐਕਸ਼ਨ। ਇਹਦੇ ਵਿੱਚ ਕੀ ਹੁੰਦਾ ਬੈਂਜ਼ੀਨ ਆਇਓਡਾਈਡ ਦੇ 2 ਮੋਲੀਕੂਲ ਲਿਆ ਪਲੱਸ 2 ਸੋਡੀਅਮ। ਇਹ ਰਿਐਕਸ਼ਨ ਕਰਨ ਬਚਾ ਲਓ 2NaI ਰਿਮੂਵ ਹੋ ਜਾਂਦਾ ਬਣ ਕੇ ਆਪਣਾ ਡਾਈ ਐਰੋਮੈਟਿਕ ਕੰਪਾਊਂਡਸ ਬਣ ਜਾਂਦੇ ਆ ਡਾਈਫਿਨਾਈਲ ਗਰੁੱਪ ਬਣ ਜਾਂਦਾ ਪਲੱਸ ਕੋਪਰ ਆਇਓਡਾਈਡ। ਇਹ ਗਲਤ ਕੋਪਰ ਨਹੀਂ ਆਉਂਦਾ ਸੋਰੀ, ਇਹਦੇ ਵਿੱਚ ਨਹੀਂ ਆਉਂਦਾ, ਇਹਦੇ ਵਿੱਚ ਆਊਗਾ Na2NaI ਸੋਡੀਅਮ ਆਇਓਡਾਈਡ, ਠੀਕ ਹੈ। ਇਹਦੇ ਵਿੱਚ ਇਹ ਇਸ ਤਰ੍ਹਾਂ ਰਿਮੂਵ ਹੋ ਜਾਂਦੇ ਨੇ। ਨੈਕਸਟ ਰਿਐਕਸ਼ਨ ਆਪਣੇ ਕੋਲ ਡੀਹਾਈਡਰੇਸ਼ਨ ਰਿਐਕਸ਼ਨ CH3CH2OH। ਇਹ ਡੀਹਾਈਡਰੇਸ਼ਨ ਰਿਐਕਸ਼ਨ ਕਿ ਆਪਾਂ ਵਾਟਰ ਆਪਾਂ ਇਹਦੇ ਵਿੱਚੋਂ ਰਿਮੂਵ ਕਰ ਰਹੇ ਹਾਂ ਇਨ ਦੀ ਪ੍ਰੈਸ ਆਫ ਕੋਪਰ ਪਾਊਡਰ ਹੀਟ ਕਰਾਂਗੇ ਜੋ ਉਹਦੇ ਨੂੰ ਆਪਾਂ
CH3COH ਅਲਕੋਹਲ ਇਜ਼ ਆਕਸੀਡਾਈਜ਼ ਟੂ ਐਲਡੀਹਾਈਡ, ਇਹਦੀ ਆਕਸੀਡੇਸ਼ਨ ਹੋ ਜੂ ਅਲਕੋਹਲ ਦੀ, ਤਾਂ ਕਿਸ 'ਚ ਚੇਂਜ ਹੋ ਜੂ, ਐਲਡੀਹਾਈਡ ਗਰੁੱਪ ਚੇਂਜ ਹੋ ਜੂਗਾ। ਠੀਕ ਹੈ, ਇਹਦੇ ਵਿੱਚੋਂ ਵਾਟਰ ਰਿਮੂਵ ਹੋ ਜੂ -H2O। ਨੈਕਸਟ ਰਿਐਕਸ਼ਨ ਹੈ ਡੋਜ਼ ਪ੍ਰੋਸੈਸ। ਇਹਦੇ ਵਿੱਚ ਕੀ ਹੁੰਦਾ, ਕਲੋਰੋਬੈਂਜੀਨ ਨੂੰ ਜਦੋਂ 6 to 8% NaOH ਨਾਲ ਹੀਟ ਕਰਦੇ ਆ 300 ਐਟਮੋਸਫੀਅਰ ਇਨ ਦੀ ਪ੍ਰੈਜ਼ੈਂਸ ਆਫ HCl, ਤਾਂ ਕੀ ਬਣ ਜਾ ਆਪਣੇ ਫਿਨੋਲ ਗਰੁੱਪ ਬਣ ਜਾਂਦਾ ਪਲੱਸ NaCl। ਬਸ ਸਿੰਪਲੀ ਇਹਦੇ ਵਿੱਚ NaCl ਬਾਹਰ ਨਿਕਲ ਜੂਗਾ, OH ਗਰੁੱਪ ਨਾਲ ਇਹਦੇ ਅਟੈਚ ਹੋ ਜੂਗਾ। ਫਰੀਡਲ ਕਰਾਫਟ ਅਸਾਈਲੇਸ਼ਨ, ਇਹ ਵੀ ਬਹੁਤ ਇੰਪੋਰਟੈਂਟ ਰਿਐਕਸ਼ਨ ਹੈ। ਸੈਕਿੰਡ ਲਾਸਟ ਰਿਐਕਸ਼ਨ ਆਪਣੀ ਨੇਮਿੰਗ ਰਿਐਕਸ਼ਨਸ ਟੋਟਲ 30 ਕੀਤੀਆਂ ਨੇ ਆਪਾਂ, ਸਭ ਤੋਂ ਇੰਪੋਰਟੈਂਟ ਨੇ 30 ਦੇ 30 ਜ਼ਰੂਰ ਕਰਨੀ ਹੈ ਤੁਸੀਂ, ਅਤੇ ਇਹਨੂੰ ਕਾਪੀ ਲਿਖ ਕੇ ਟਰਾਈ ਕਰੋ ਕਿ ਵੀ ਯਾਦ ਕਰੋ, ਇਹਨਾਂ ਨੂੰ ਜ਼ਰੂਰੀ ਨੇ। ਫਰੀਡਲ ਕਰਾਫਟ ਅਸਾਈਲੇਸ਼ਨ, ਦੇਖੋ ਹੁਣ ਅਸਾਈਲੇਸ਼ਨ 'ਚ ਕੀ ਹੁੰਦਾ, ਇਹ 'ਚ ਨੰਬਰ ਆਫ ਕਾਰਬਨਸ ਇਨਕਰੀਜ਼ ਹੁੰਦੀਆਂ ਨੇ। ਠੀਕ ਹੈ, ਕਲੋਰੋਬੈਂਜੀਨ 'ਚ ਆਪਾਂ ਕੀ ਐਡ ਕੀਤਾ CH3CO2O ਇਨ ਦੀ ਅਨਹਾਈਡਰਸ ਐਲੂਮੀਨੀਅਮ ਕਲੋਰਾਈਡ -CH3COH। ਇਹਦੇ ਵਿੱਚ ਕੀ ਹੈ, ਮਿਥਾਈਲ ਕਾਰਬੋਕਸਿਲਿਕ ਐਸਿਡ ਬਾਹਰ ਨਿਕਲ ਜੂਗਾ। ਠੀਕ ਹੈ, ਕੀ ਬਣ ਜਾਊ ਆਪਣੇ ਇਹ ਦੋ ਪ੍ਰੋਡਕਟਸ ਬਣਨਗੇ, ਇੱਕ ਪੈਰਾ ਪੋਜੀਸ਼ਨ 'ਤੇ ਬਣੂ, ਇੱਕ ਔਰਥੋ ਪੋਜੀਸ਼ਨ 'ਤੇ। ਹੁਣ ਦੇਖੋ ਇਹਦੇ ਵਿੱਚ ਕੀ ਫਰਕ ਹੁੰਦਾ, ਇਹ ਗਰੁੱਪ ਨੀਚੇ ਅਟੈਚ ਹੋ ਜੂ, COCH3 ਗਰੁੱਪ ਇੱਕ ਔਰਥੋ 'ਤੇ ਐਡ ਹੋਊ, ਇੱਕ ਪੈਰਾ 'ਤੇ। ਹੁਣ ਦੇਖੋ ਇਹਦੇ ਵਿੱਚ ਮੇਜਰ ਅਤੇ ਮਾਈਨਰ ਪ੍ਰੋਡਕਟ ਦਾ ਕਿਵੇਂ ਪਤਾ ਲੱਗਦਾ, ਹੁਣ ਆਹ ਤਾਂ ਹੈਗਾ ਮੇਜਰ ਪ੍ਰੋਡਕਟ, ਕਹਿੰਦੇ ਇਹ ਮਾਈਨਰ ਹੈ, ਕਿਉਂਕਿ ਔਰਥੋ ਪੋਜੀਸ਼ਨ ਦੇਖੋ, ਔਰਥੋ ਪੋਜੀਸ਼ਨ ਫੰਕਸ਼ਨਲ ਗਰੁੱਪ ਦੇ ਬਿਲਕੁਲ ਨਜ਼ਦੀਕ ਹੈ, ਤਾਂ ਇਹਨਾਂ ਵਿੱਚ ਕੀ ਹੋ ਜਾਂਦੀ ਹੈ, ਸਟੀਰਿਕ ਹਿੰਡਰੈਂਸ ਹੋ ਜਾਂਦੀ ਹੈ, ਇਸ ਕਰਕੇ ਇਹ ਪ੍ਰੋਡਕਟ ਮਾਈਨਰ ਬਣਦਾ। ਜਦੋਂ ਕਿ ਪੈਰਾ ਪ੍ਰੋਡਕਟ ਹੈ, ਇਹਦੇ ਵਿੱਚ ਸਟੀਰਿੰਗ ਹਿੰਡਰੈਂਸ ਬਹੁਤ ਲੈਸ ਹੁੰਦੀ ਹੈ, ਇਸ ਕਰਕੇ ਇਹ ਕੀ ਬਣੂਗਾ, ਮੇਜਰ ਪ੍ਰੋਡਕਟ। ਇਸ ਕਰਕੇ ਮੇਜਰ ਪ੍ਰੋਡਕਟ ਆਪਣਾ ਕਿਹੜਾ, ਪੈਰਾ ਵਾਲਾ, ਆਹ ਪੈਰਾ ਪੋਜੀਸ਼ਨ ਵਾਲਾ, ਅਤੇ ਮਾਈਨਰ ਪ੍ਰੋਡਕਟ ਕਿਹੜਾ, ਔਰਥੋ ਪੋਜੀਸ਼ਨ ਵਾਲਾ। ਨੈਕਸਟ ਰਿਐਕਸ਼ਨ ਹੈ ਫਰੀਡਲ ਕਰਾਫਟ ਅਲਕਾਈਲੇਸ਼ਨ। ਇਹ 'ਚ ਕੀ ਕਰਦਾ, ਅਲਕਾਈਲੇਸ਼ਨ ਕਰਦੇ ਆਪਾਂ, ਇਹਦੀ ਉਵੇਂ ਬੈਂਜੀਨ ਪਲੱਸ RX ਇਨ ਦੀ ਪ੍ਰੈਜ਼ੈਂਸ ਆਫ ਲੂਇਸ ਐਸਿਡ ਕੀ ਬਣ ਜਾਂਦਾ R। ਠੀਕ ਹੈ, R ਨਾਲ ਬੈਂਜੀਨ ਉੱਤੇ ਲੱਗ ਜੂ ਪਲੱਸ HX, RX ਮਸਟ ਵੀ ਅਲਕਾਈਲ ਹੈਲਾਈਡ, ਅਤੇ RX ਇਹ 'ਚ ਕੀ ਹੋਣਾ, ਅਲਕਾਈਲ ਹੈਲਾਈਡ ਹੀ ਹੋਣਾ ਚਾਹੀਦਾ। ਨਾਓ ਨੈਕਸਟ ਰਿਐਕਸ਼ਨ ਹੈ ਫਰੀਡਲ ਕਰਾਫਟ ਅਸਾਈਲੇਸ਼ਨ। ਇਹ 'ਚ ਕੀ ਹੁੰਦਾ, ਦੇਖੋ ਹੁਣ ਸਭ ਤੋਂ ਪਹਿਲਾਂ ਕੀਤੀ ਆਪਾਂ ਫਰੀਡਲ ਕਰਾਫਟ ਅਸਾਈਲੇਸ਼ਨ, ਫਿਰ ਕੀਤੀ ਆਪਾਂ ਅਲਕਾਈਲੇਸ਼ਨ। ਇਹ ਦੋ ਤਰ੍ਹਾਂ ਦੀ ਰਿਐਕਸ਼ਨ ਹੈ, ਧਿਆਨ ਰੱਖੋ, ਇੱਕ ਅਸਾਈਲੇਸ਼ਨ ਵੀ ਹੈ ਲੂਇਸ ਐਸਿਡ ਦੀ ਪ੍ਰੈਜ਼ੈਂਸ ਮਤਲਬ ਅਨਹਾਈਡਰਸ AlCl3 ਦੀ ਪ੍ਰੈਜ਼ੈਂਸ 'ਚ RCOX ਐਡ ਕੀਤਾ, ਜਨਰਲ ਰਿਐਕਸ਼ਨ ਹੈ ਇਹ, ਬੈਂਜੀਨ COR ਪਲੱਸ HX। ਠੀਕ ਹੈ, ਥੈਂਕ ਯੂ ਗਾਈਜ਼। ਨੇਮਿੰਗ ਰਿਐਕਸ਼ਨਸ ਟੋਟਲ 30 ਸੀ, ਥੋੜ੍ਹੀਆਂ ਰਿਐਕਸ਼ਨਾਂ ਫਸਟ ਪਾਰਟ 'ਚ ਕੀਤੀਆਂ, ਬਾਕੀ ਅੱਜ ਆਪਾਂ ਕੰਪਲੀਟ ਕਰ ਲਈਆਂ ਸਾਰੀਆਂ ਰਿਐਕਸ਼ਨਸ। ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਅਪਡੇਟਸ ਲਈ। ਫਿਰ ਮਿਲਦੇ ਹਾਂ, ਥੈਂਕ ਯੂ।